ਹੁਣ ਜਿਹੜੀ ਇਹ ਮਨਟੇਕ ਸਿੰਘ ਆਹਲੂਵਾਲੀਆ ਵਾਲੀ ਰਿਪੋर्ट ਆ, ਇਹ ਵੀ ਕਾਰਪੋਰੇਟ ਸੈਂਟਰਿਕ ਰਿਪੋर्ट ਆ। ਇਹਦੇ 'ਚ ਵੀ ਆਮ ਬੰਦਿਆਂ ਦੀ ਕਿਤੇ ਗੱਲ ਨਹੀਂ, ਇੰਡਸਟਰੀ ਦੀ ਬਾਰ-ਬਾਰ ਗੱਲ ਹੋ ਰਹੀ ਹੈਗੀ। ਜਿਹੜਾ ਮਨਟੇਕ ਸਿੰਘ ਆਹਲੂਵਾਲੀਆ ਤੇ ਮਨਮੋਹਨ ਸਿੰਘ ਦਾ ਮਾਡਲ ਕਿਹਾ ਜਾ ਸਕਦਾ ਹੈ ਜਾਂ ਨਰਸਿਮਹਾ ਰਾਓ ਦਾ ਮਾਡਲ ਕਿਹਾ ਜਾ ਸਕਦਾ ਹੈ, ਇਹ ਉਹੀ ਮਾਡਲ ਦੀ ਰਿਪੋर्ट ਹੈਗੀ। ਮਨਟੇਕ ਸਿੰਘ ਆਹਲੂਵਾਲੀਆ ਤਾਂ ਉਸੇ ਇੰਟਰਨੈਸ਼ਨਲ ਮੋਨੇਟਰੀ ਫੰਡ ਦੀ ਭਾਸ਼ਾ ਬੋਲ ਰਹੇ ਨੇ। ਮਨਟੇਕ ਸਿੰਘ ਆਹਲੂਵਾਲੀਆ ਵਰਲਡ ਬੈਂਕ ਦੀ ਭਾਸ਼ਾ ਬੋਲ ਰਹੇ ਨੇ। ਮਨਟੇਕ ਸਿੰਘ ਆਹਲੂਵਾਲੀਆ WTO ਦੀ ਭਾਸ਼ਾ ਬੋਲ ਰਹੇ ਨੇ। ਹੁਣ ਉਹ ਕਹਿ ਰਿਹਾ ਪੁਲਿਸ ਦੀ ਭਰਤੀ ਨਾ ਕਰੋ, ਖੇਤੀਬਾੜੀ ਬਾਰੇ ਚੁੱਪ ਨੇ, ਕਰੋਨਾ ਦੇ ਦੌਰ 'ਚ ਨੁਕਸਾਨ ਹੋਇਆ, ਇੰਡਸਟਰੀ ਦੇ ਪੱਖ 'ਚ ਬੋਲੇ ਨੇ। ਆਮ ਲੋਕ ਇਸ ਰਿਪੋਰਟ ਦੇ ਸੈਂਟਰ 'ਚ ਨਹੀਂ ਹੈ, ਜਿਨ੍ਹਾਂ ਦੇ ਬਾਰੇ ਹੁਣ ਮਨਮੋਹਨ ਸਿੰਘ ਕਹਿ ਰਿਹਾ ਕਿ ਇਕਨੋਮੀ ਦਾ ਹਾਲ 1991 ਨਾਲੋਂ ਵੀ ਭੈੜਾ ਹੋਣ ਜਾ ਰਿਹਾ। ਤਾਂ ਫਿਰ ਜੋ ਮਨਮੋਹਨ ਸਿੰਘ ਜੀ ਤੁਸੀਂ ਕੀਤਾ 1991 'ਚੋਂ ਕੀ ਸੀਗਾ? ਬੀਜੇਪੀ ਨੇ ਉਹਦੇ 'ਚੋਂ ਵੀ ਇੱਕ ਪੋਲੀਟੀਕਲ ਮਾਡਲ ਕੱਢ ਲਿਆ ਕਿ ਯਾਨੀ ਆਪਣੇ ਹੀ ਕਾਰਪੋਰੇਟ ਨੂੰ ਅੱਗੇ ਵਧਾਓ, ਅਡਾਨੀ ਅੰਬਾਨੀ ਨੂੰ ਅੱਗੇ ਵਧਾਓ, ਬਾਕੀ ਕਾਰਪੋਰੇਟ ਵੀ ਖਤਮ ਕਰ ਦਿਓ। ਅਮਿਤ ਸਿੰਘ ਗੁਪਤਾ ਕਮੇਟੀ ਦੀ ਰਿਪੋਰਟ ਉਹ ਕਹਿ ਰਹੀ ਹੈ ਇਸ ਦੇਸ਼ ਦੇ ਅੰਦਰ 77% ਲੋਕ 20 ਰੁਪਏ ਦਿਹਾੜੀ ਤੇ ਗੁਜ਼ਾਰਾ ਕਰਦੇ ਸੀ, ਯਾਨੀ ਇੱਕ ਦਿਨ ਦਾ। ਵਿਗਾੜ ਕਿਵੇਂ ਸੀ ਕਿ ਅਮੀਰ ਹੋਰ ਅਮੀਰ ਹੁੰਦਾ ਗਿਆ, ਗਰੀਬ ਹੋਰ ਗਰੀਬ ਹੁੰਦਾ ਗਿਆ। ਇਹ ਜਿਹੜੇ ਬਹਿ ਕੇ ਦਿੱਲੀ ਰਿਪੋਰਟ ਬਣਾਉਂਦੇ ਨੇ, ਇਹਨਾਂ ਨੂੰ ਨਹੀਂ ਪਤਾ ਪੰਜਾਬ ਦੀਆਂ ਸਮਾਜਿਕ ਤੰਦਾਂ ਕੀ ਨੇ, ਪੰਜਾਬ ਦੀਆਂ ਸੱਭਿਆਚਾਰਕ ਤੰਦਾਂ ਕੀ ਨੇ, ਪੰਜਾਬ 'ਚ ਲੋਕ ਡੇਲੀ ਕਿਵੇਂ ਜਿਉਂਦੇ ਨੇ। ਮਨਟੇਕ ਸਿੰਘ ਆਹਲੂਵਾਲੀਆ ਕਿੰਨੀ ਵਾਰ ਆਏ ਹੋਣਗੇ ਪੰਜਾਬ ਦੇ ਅੰਦਰ, ਉਹਨਾਂ ਲੋਕਾਂ ਨਾਲ ਬੈਠੇ ਹੋਣਗੇ, ਮਜ਼ਦੂਰਾਂ ਨਾਲ, ਕਿਸਾਨਾਂ ਨਾਲ, ਗਰੀਬਾਂ ਨਾਲ, ਦੁਖੀਆਂ ਨਾਲ। ਕਿੱਦਣ ਉਹਨਾਂ ਦੇ ਦਰਦ ਤਾਂ ਸਮਝ ਆਊਗੀ ਨਾ ਕਹਾਣੀ ਤਾਂ, ਕਿ ਪੰਜਾਬ ਕੀ ਚਾਹੁੰਦਾ ਗਾ। ਪਿਸਦਾ ਵਿਚਾਰਾ ਆਮ ਬੰਦਾ ਗਾ, ਖੂਨ ਰੋਜ਼ ਉਹਦਾ ਮੈਂ ਕਿਹਾ ਸਿਸਟਮ ਦੇ ਅੰਦਰ ਜਿਹੜਾ ਹੈਗਾ ਉਹਦੇ ਸਾਰੀ ਗੱਲ ਦੇ ਨਾਲ ਸਿਸਟਮ ਚੱਲਦਾ ਹੈਗਾ, ਪਰ ਉਸੇ ਨੂੰ ਇਗਨੋਰ ਕੀਤਾ ਜਾਂਦਾ ਹੈਗਾ। ਉਹਨੂੰ ਸਿਰਫ ਇੱਕ ਲੇਬਰ ਬਣਾ ਕੇ ਰੱਖ ਦਿੱਤਾ ਜਾਂਦਾ। ਕਿਸਾਨਾਂ ਕੋਲੇ ਜਾਓ, ਮਜ਼ਦੂਰਾਂ ਕੋਲੇ ਜਾਓ, ਗਰੀਬਾਂ ਕੋਲੇ ਜਾਓ, ਇੰਡਸਟਰੀਲਿਸਟਾਂ ਕੋਲੇ ਵੀ ਜਾਓ। ਤੁਹਾਡੀ ਕਮੇਟੀ ਦੇ ਅੰਦਰ ਇੰਡਸਟਰੀਲਿਸਟ ਪਾ ਲਏ ਤੁਸੀਂ, ਕਿਸਾਨ ਤੇ ਮਜ਼ਦੂਰ ਕਿੱਥੇ ਹੈਗਾ? ਮਨਟੇਕ ਸਿੰਘ ਆਹਲੂਵਾਲੀਆ ਜਿਹੜਾ ਗਰੁੱਪ ਬਣਿਆ ਉਹਦੇ 'ਚ ਕੌਣ ਸੀਗਾ ਜਿਹੜਾ ਕਿਸਾਨਾਂ ਨੂੰ ਰਿਪਰੈਜ਼ੈਂਟ ਕਰਨ ਵਾਲਾ ਸੀਗਾ? ਕੋਈ ਬਿਲਕੁਲ ਗਰਾਊਂਡਡ ਕਿਸਾਨ ਕੋਈ। ਕਿਸਾਨੀ ਬਿੱਲ ਵੀ ਉਹਨਾਂ ਦੀ ਰਿਫਲੈਕਸ਼ਨ ਨੇ, ਕਿਸਾਨੀ ਬਿੱਲ ਵੀ ਉਸੇ ਵਰਲਡ ਬੈਂਕ ਦੇ ਏਜੰਡੇ 'ਚੋਂ ਨਿਕਲੇ ਨੇ, ਤੇ ਮਨਮੋਹਨ ਸਿੰਘ ਦੀ ਇਕਨੋਮੀ ਵੀ ਉਸ ਏਜੰਡੇ 'ਚੋਂ ਨਿਕਲੀ ਹੈ। ਮਨਟੇਕ ਸਿੰਘ ਆਹਲੂਵਾਲੀਆ ਦੀ ਰਿਪੋਰਟ ਵੀ ਉਸੇ ਏਜੰਡੇ 'ਚੋਂ ਨਿਕਲੀ ਹੋਈ ਹੈ। ਲੋਕ ਮੂਵ ਕਰ ਕਰਕੇ ਪਿੰਡਾਂ 'ਚੋਂ, ਕਿਉਂ ਪਿੰਡਾਂ ਦੀ ਇਕਨੋਮੀ ਨੂੰ ਉਵੇਂ ਨਹੀਂ ਰੱਖਿਆ ਜਾ ਸਕਦਾ ਸੀ? ਅੱਜ ਕਿਹੜਾ ਬੰਦਾ ਜਿਹੜਾ ਪਿੰਡੋਂ ਆਇਆ ਜਿਹਨੂੰ ਲੱਗਦਾ ਮੈਂ ਪਿੰਡ ਨਹੀਂ ਰਹਿਣਾ, ਜਿਹਦੇ ਪਿੰਡ 'ਚ ਰੁਜ਼ਗਾਰ ਹੋਵੇ? ਇੰਟਰਨੈਸ਼ਨਲ ਮੋਨੇਟਰੀ ਫੰਡ ਆਪਣਾ ਫੰਡ ਇਸ ਕਰਕੇ ਨਹੀਂ ਦੇਗਾ ਕਿ ਕਿਸੇ ਪਿੰਡ 'ਚ ਵੀ ਇਕਨੋਮੀ ਡਿਵੈਲਪ ਕਰ ਦਿਓ। ਉਹ ਤਾਂ ਕਹੇਗਾ ਇੱਕ ਥਾਂ ਤੇ ਸੈਂਟਰਲ, ਇੱਕ ਥਾਂ ਤੇ ਲੇਬਰ ਹੋਵੇ, ਉਹ ਲੇਬਰ ਨੂੰ ਮੈਂ ਵਰਤਣਾ ਕਿਵੇਂ? ਮਾਡਲ ਸਾਨੂੰ ਆਪਣੇ ਲੱਭਣੇ ਪੈਣਗੇ। ਜਿਹੜੇ ਇੰਟਰਨੈਸ਼ਨਲ ਮੋਨੇਟਰੀ ਫੰਡ ਦੇ ਮਾਡਲ ਨੇ, ਵਰਲਡ ਬੈਂਕ ਦੇ ਮਾਡਲ ਨੇ, ਇਹਨਾਂ ਨੇ ਭੱਠਾ ਬਥੇਰਾ ਬਿਠਾਤਾ ਇਸ ਦੇਸ਼ 'ਚ ਇਕਨੋਮੀ ਦਾ। ਮਨਟੇਕ ਸਿੰਘ ਆਹਲੂਵਾਲੀਆ ਦੇ ਵੱਲੋਂ ਕੈਪਟਨ ਸਰਕਾਰ ਨੂੰ ਸੌਂਪੀ ਗਈ ਰਿਪੋਰਟ ਦੇ ਵਿੱਚ ਆਰਥਿਕ ਸੁਧਾਰਾਂ ਲਈ ਦਿੱਤੇ ਗਏ ਸੁਝਾਅ। ਉਧਰ ਹੀ ਕੇਂਦਰ ਸਰਕਾਰ ਵੀ ਖੇਤੀ ਬਿੱਲਾਂ ਨੂੰ ਸੁਧਾਰ ਦੱਸ ਰਹੀ ਹੈ। ਆਖਿਰ ਖੇਤੀ ਬਿੱਲਾਂ ਤੇ ਮਨਟੇਕ ਸਿੰਘ ਦੀ ਰਿਪੋਰਟ ਦੇ ਵਿੱਚ ਨਾਤਾ ਕੀ ਹੈ, ਇਸੇ ਨੂੰ ਹੀ ਡੀਕੋਡ ਕਰਦੇ ਹਾਂ ਸਾਡੇ ਖਾਸ ਪ੍ਰੋਗਰਾਮ ਰਾਜਨੀਤੀ ਡੀਕੋਡ ਦੇ ਵਿੱਚ, ਤੇ ਗੱਲਬਾਤ ਕਰਦੇ ਹਾਂ ਪ੍ਰੋ ਪੰਜਾਬ ਟੀਵੀ ਦੇ ਸੰਪਾਦਕ ਯਾਦਵਿੰਦਰ ਸਿੰਘ ਉਹਨਾਂ ਦੇ ਨਾਲ। ਤਾਂ ਯਾਦਵਿੰਦਰ ਜੀ, ਮਨਟੇਕ ਸਿੰਘ ਆਹਲੂਵਾਲੀਆ ਦੇ ਵੱਲੋਂ ਇੱਕ ਰਿਪੋਰਟ ਸੌਂਪੀ ਗਈ ਹੈ। ਪਹਿਲਾਂ ਤਾਂ ਇਹ ਜਾਣਨਾ ਚਾਹਾਂਗੇ ਕਿ ਰਿਪੋਰਟ ਕਹਿੰਦੀ ਕੀ ਹੈ ਤੇ ਇਹਦਾ ਮਕਸਦ ਕੀ ਹੈ? ਦੇਖੋ, ਇਹ ਰਿਪੋਰਟ ਕੈਪਟਨ ਸਰਕਾਰ ਨੂੰ ਸੌਂਪੀ ਗਈ ਹੈ। ਕੈਪਟਨ ਸਰਕਾਰ ਨੇ ਇਕਨੋਮਿਕ ਰਿਵਾਈਵਲ ਦੇ ਲਈ, ਆਰਥਿਕ ਤੌਰ ਦੇ ਉੱਤੇ ਪੰਜਾਬ ਅੱਗੇ ਵਧੇ, ਇਹਦੇ ਲਈ ਮਨਟੇਕ ਸਿੰਘ ਆਹਲੂਵਾਲੀਆ ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਇਕਨੋਮੀ ਦੇ ਮਾਹਰ ਮੰਨਦੇ ਨੇ, ਉਹਨਾਂ ਨੂੰ ਇਸ ਗੱਲ ਦੇ ਉੱਤੇ ਲਾਇਆ ਗਿਆ ਸੀਗਾ। ਮਨਟੇਕ ਸਿੰਘ ਆਹਲੂਵਾਲੀਆ ਯੋਜਨਾ ਕਮਿਸ਼ਨ ਦੇ ਡਿਪਟੀ ਚੇਅਰਮੈਨ ਵੀ ਰਹੇ ਨੇ UPA ਦੀ ਸਰਕਾਰ ਦੇ ਅੰਦਰ। ਤੇ ਮਨਟੇਕ ਸਿੰਘ ਆਹਲੂਵਾਲੀਆ ਨੇ ਪਹਿਲਾਂ ਵੀ ਸੁਧਾਰਾਂ ਦੀ ਗੱਲ ਕੀਤੀ ਜੀ, ਤੇ ਰੌਲਾ ਪੈ ਗਿਆ ਸੀ। ਹੁਣ ਉਹ ਕਹਿ ਰਿਹਾ ਪੁਲਿਸ ਦੀ ਭਰਤੀ ਨਾ ਕਰੋ, ਖੇਤੀਬਾੜੀ ਬਾਰੇ ਚੁੱਪ ਨੇ, ਕਰੋਨਾ ਦੇ ਦੌਰ 'ਚ ਨੁਕਸਾਨ ਹੋਇਆ, ਇੰਡਸਟਰੀ ਦੇ ਪੱਖ 'ਚ ਬੋਲੇ ਨੇ। ਆਮ ਲੋਕ ਇਸ ਰਿਪੋਰਟ ਦੇ ਸੈਂਟਰ 'ਚ ਨਹੀਂ ਹੈ। ਹੁਣ ਕਹਾਣੀ ਇਹ ਹੈ ਕਿ ਕਿਉਂ ਨਹੀਂ ਆ। ਮਨਟੇਕ ਸਿੰਘ ਆਹਲੂਵਾਲੀਆ ਕੌਣ ਨੇ? ਸਭ ਤੋਂ ਪਹਿਲਾਂ ਇਹ ਸਮਝਣਾ ਪਏਗਾ ਇਸ ਰਿਪੋਰਟ ਨੂੰ ਸਮਝਣ ਤੋਂ ਪਹਿਲਾਂ। ਮਨਟੇਕ ਸਿੰਘ ਆਹਲੂਵਾਲੀਆ ਇੰਟਰਨੈਸ਼ਨਲ ਮੋਨੇਟਰੀ ਫੰਡ, ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਫੰਡ ਕਰਨ ਵਾਲੀ ਸੰਸਥਾ ਦੁਨੀਆ ਨੂੰ, ਜਿਹੜੀ ਚਾਹੁੰਦੀ ਹੈ ਕਿ ਦੁਨੀਆ ਦਾ ਵਰਲਡ ਆਰਡਰ ਆ ਜਿਹੜਾ, ਦੁਨੀਆ ਸਾਡੇ ਮੁਤਾਬਕ ਚੱਲੇ, ਯਾਨੀ ਦੁਨੀਆ ਦੀ ਖੇਤੀ ਸਾਡੇ ਮੁਤਾਬਕ ਚੱਲੇ, ਦੁਨੀਆ ਦਾ ਅਰਥਚਾਰਾ ਸਾਡੇ ਮੁਤਾਬਕ ਚੱਲੇ, ਦੁਨੀਆ ਦਾ ਜੀਵਨ ਸਾਡੇ ਮੁਤਾਬਕ ਚੱਲੇ। ਜੀਵਨ ਜਾਂਚ ਵੀ ਬਦਲ ਦਿੱਤੀ ਦੁਨੀਆ ਦੀ। ਜੇ ਦੌਰ ਯਾਦ ਕਰੋ 1991 ਵਾਲਾ, ਮਨਮੋਹਨ ਸਿੰਘ ਜਦੋਂ ਨਵੀਆਂ ਆਰਥਿਕ ਨੀਤੀਆਂ ਲੈ ਕੇ ਆਉਂਦੇ ਨੇ, ਜਿਨ੍ਹਾਂ ਦੇ ਬਾਰੇ ਹੁਣ ਮਨਮੋਹਨ ਸਿੰਘ ਕਹਿ ਰਿਹਾ ਕਿ ਇਕਨੋਮੀ ਦਾ ਹਾਲ 1991 ਨਾਲੋਂ ਵੀ ਭੈੜਾ ਹੋਣ ਜਾ ਰਿਹਾ। ਤਾਂ ਫਿਰ ਜੋ ਮਨਮੋਹਨ ਸਿੰਘ ਜੀ ਤੁਸੀਂ ਕੀਤਾ 1991 'ਚੋਂ ਕੀ ਸੀਗਾ?
ਤੁਸੀਂ ਜੋ 1991 ਚ ਕੀਤਾ ਉਹਦੀ ਐਕਸਟੈਂਸ਼ਨ ਅੱਗੇ ਬੀਜੇਪੀ ਹੈ। ਕਰੋਨੀ ਕੈਪੀਟਲਿਜ਼ਮ ਤੁਹਾਡੇ ਤੋਂ ਸ਼ੁਰੂ ਹੁੰਦਾ ਹੈ, ਉਹਦਾ ਐਕਸਟ੍ਰੀਮ ਆ ਜਿਹੜਾ, ਉਹਨੂੰ ਅੰਤ ਤੱਕ ਲਿਜਾਣ ਵਾਲੀ ਬੀਜੇਪੀ ਹੈ। ਬੀਜੇਪੀ ਨੇ ਉਹਦੇ ਚੋਂ ਵੀ ਇੱਕ ਪੋਲੀਟੀਕਲ ਮਾਡਲ ਕੱਢ ਲਿਆ ਕਿ ਯਾਨੀ ਆਪਣੇ ਹੀ ਕਾਰਪੋਰੇਟ ਨੂੰ ਅੱਗੇ ਵਧਾਓ, ਅਡਾਨੀ ਅੰਬਾਨੀ ਨੂੰ ਅੱਗੇ ਵਧਾਓ, ਬਾਕੀ ਕਾਰਪੋਰੇਟ ਵੀ ਖਤਮ ਕਰ ਦਿਓ। ਕਾਂਗਰਸ ਕਾਰਪੋਰੇਟ ਦਾ ਡੀਸੈਂਟਰਲਾਈਜੇਸ਼ਨ ਕਰਦੀ ਸੀ, ਸਾਰਿਆਂ ਤੋਂ ਆਪਣੀ ਪਾਰਟੀ ਲਈ ਫੰਡ ਲੈ ਲੈਂਦੀ ਸੀ, ਪਰ ਬੀਜੇਪੀ ਕਹਿੰਦੀ ਹੈ ਕਿਉਂ ਸਾਰਿਆਂ ਕੋਲ ਜਾਣਾ, ਦੋ ਘਰਾਂ ਕੋਲ ਜਾਓ, ਦੋ ਘਰਾਂ ਦੇ ਨਾਲ ਨਾਤਾ ਰੱਖੋ। ਤਾਂ ਹੁਣ ਮਸਲਾ ਇਹ ਹੈਗਾ ਕਿ ਜਿਹੜਾ ਮਾਡਲ ਸੀ ਇਕਨੋਮਿਕ, ਜਿਹੜਾ ਮਨਟੇਕ ਸਿੰਘ ਆਹਲੂਵਾਲੀਆ ਤੇ ਮਨਮੋਹਨ ਸਿੰਘ ਦਾ ਮਾਡਲ ਕਿਹਾ ਜਾ ਸਕਦਾ ਹੈ ਜਾਂ ਨਰਸਿਮਹਾ ਰਾਓ ਦਾ ਮਾਡਲ ਕਿਹਾ ਜਾ ਸਕਦਾ ਹੈ, ਇਹ ਉਹੀ ਮਾਡਲ ਦੀ ਰਿਪੋਰਟ ਹੈਗੀ। ਉਹ ਸਿਰਫ ਉਸ ਮਾਡਲ ਨੇ ਕਿ ਦੇਸ਼ ਦੇ ਅੰਦਰ ਆਰਥਿਕਤਾ ਨੂੰ ਮਜ਼ਬੂਤ ਕੀਤਾ। ਨੋ ਡਾਊਟ ਵੱਡੀਆਂ ਵੱਡੀਆਂ ਬਿਲਡਿੰਗਾਂ ਬਣ ਗਈਆਂ, ਨੋ ਡਾਊਟ ਇਸ ਦੇਸ਼ 'ਚ ਵੱਡੇ ਵੱਡੇ ਪੁਲ ਬਣ ਗਏ, ਵੱਡੀਆਂ ਵੱਡੀਆਂ ਸੜਕਾਂ ਬਣ ਗਈਆਂ, ਪਰ ਦੇਸ਼ ਦੇ ਅੰਦਰ ਅਮਿਤ ਸੇਨ ਗੁਪਤਾ ਕਮੇਟੀ ਦੀ ਰਿਪੋਰਟ ਹੈ, ਯੂਪੀਏ ਦੀ ਸਰਕਾਰ ਟਾਈਮ ਦੀ ਰਿਪੋਰਟ ਹੈ ਇਹ, ਅਮਿਤ ਸੇਨ ਗੁਪਤਾ ਕਮੇਟੀ ਦੀ ਰਿਪੋਰਟ। ਉਹ ਕਹਿ ਰਹੀ ਹੈ ਇਸ ਦੇਸ਼ ਦੇ ਅੰਦਰ 77% ਲੋਕ 20 ਰੁਪਏ ਦਿਹਾੜੀ ਤੇ ਗੁਜ਼ਾਰਾ ਕਰਦੇ ਸੀ, ਯਾਨੀ ਇੱਕ ਦਿਨ ਦਾ ਇੱਕ ਬੰਦਾ। ਇਹ ਹਾਲ ਇਸ ਦੇਸ਼ ਦਾ ਸੀਗਾ। ਯਾਨੀ ਆਰਥਿਕ ਸੁਧਾਰ ਆਉਣ ਦੇ ਨਾਲ, ਜਿਨ੍ਹਾਂ ਨੂੰ ਆਰਥਿਕ ਸੁਧਾਰ ਕਿਹਾ ਗਿਆ, ਉਹ ਆਰਥਿਕ ਵਿਗਾੜ ਸੀ। ਵਿਗਾੜ ਕਿਵੇਂ ਸੀ ਕਿ ਅਮੀਰ ਹੋਰ ਅਮੀਰ ਹੁੰਦਾ ਗਿਆ, ਗਰੀਬ ਹੋਰ ਗਰੀਬ ਹੁੰਦਾ ਗਿਆ। ਇਸ ਦੇਸ਼ ਦੇ ਅੰਦਰ ਅਮੀਰੀ ਗਰੀਬੀ ਦਾ ਪਾੜਾ ਵਧਿਆ ਹੈਗਾ। ਨੋ ਡਾਊਟ ਇਸ ਦੇਸ਼ 'ਚ ਮਿਡਲ ਕਲਾਸ ਥੋੜ੍ਹੀ ਜੀ ਵਧੀਆ ਸਾਹ ਲੈਣ ਲੱਗ ਗਈ, ਉਹਨੂੰ ਵੀ ਬਾਹਲਾ ਨਹੀਂ ਲੈਣ ਦਿੱਤਾ। ਜੇ ਮਿਡਲ ਕਲਾਸ ਮੰਨ ਲਓ ਕੋਈ ਲੱਖ 1.5 ਲੱਖ ਰੁਪਇਆ ਕਮਾ ਰਿਹਾ, ਉਹਨੂੰ ਇੰਨੀਆਂ ਜ਼ਿਆਦਾ EMI ਦੇਤੀਆਂ, ਘਰ ਦੀ EMI ਦੇਤੀ, ਕਾਰ ਦੀ EMI ਦੇਤੀ। ਜਿਵੇਂ ਵੈਸਟ ਦਾ ਮਾਡਲ ਆ ਕਿ ਪੈਸਾ ਕਮਾਵੇ ਬੰਦਾ ਵਾਪਸ ਆ ਜੇ, ਪੈਸਾ ਕਮਾਓ, ਮਾਰਕੀਟ 'ਚ ਖਰਚੋ, ਜਾ ਕੇ ਕਾਹਦੇ ਲਈ ਕਮਾ ਰਹੇ ਹੋ ਤੁਸੀਂ, ਮਾਰਕੀਟ 'ਚ ਲੱਗ ਗਿਆ, ਯਾਨੀ ਤੁਸੀਂ ਲੱਗੇ ਹੋਏ ਹੋ ਮਸ਼ੀਨਾਂ ਵਾਂਗੂ, ਪਰ ਉਹ ਪੈਸੇ ਦਾ ਮੀਨਿੰਗ ਕੀ ਹੈ? ਇਹ ਦੁਨੀਆ ਦੀ ਇਕੋਨਮੀ ਚਲਾਉਣ ਦੀ ਅਮਰੀਕਾ ਨੇ ਇਸ ਤਰ੍ਹਾਂ ਕੋਸ਼ਿਸ਼ ਕੀਤੀ, ਵਰਲਡ ਬੈਂਕ ਨੇ, IMF ਨੇ ਇਹ ਮਾਡਲ ਬਣਾਇਆ, ਉਹੀ ਮਾਡਲ ਭਾਰਤ 'ਚ ਲਿਆਂਦਾ ਗਿਆ। ਭਾਰਤ ਦੇ ਅੰਦਰ ਵੀ ਮਿਡਲ ਕਲਾਸ ਉੱਭਰੀ, ਮਿਡਲ ਕਲਾਸ ਵੱਡੀ ਵੀ ਸੀ, ਇਸ ਕਰਕੇ ਦੁਨੀਆ ਦੀ ਇਨਵੈਸਟਮੈਂਟ ਇੱਥੇ ਆਈ। ਤਾਂ ਮਸਲਾ ਇਹ ਹੈਗਾ ਕਿ ਮਨਮੋਹਨ ਸਿੰਘ ਤੋਂ ਲੈ ਕੇ ਮਨਟੇਕ ਸਿੰਘ ਆਹਲੂਵਾਲੀਆ ਤੱਕ ਤੇ ਕਿਸਾਨ ਬਿੱਲਾਂ ਤੱਕ, ਕਿਸਾਨ ਬਿੱਲ ਕੀ ਨੇ, ਜਿਹਨੂੰ ਰਿਫਾਰਮ ਕਹਿ ਰਹੇ ਨੇ, ਜਿਹਨੂੰ ਕਹਿ ਰਹੇ ਨੇ ਸੁਧਾਰ ਹੈ, ਕਿਸਾਨ ਕਹਿੰਦਾ ਮੈਨੂੰ ਨਹੀਂ ਚਾਹੀਦਾ। ਉਹ ਸੁਧਾਰ ਨਹੀਂ ਆ, ਵਿਗਾੜ ਆ। ਵਿਗਾੜ ਕਿਵੇਂ ਹੈ ਕਿ ਤੁਸੀਂ ਆਪਣਾ ਜਿਹੜਾ ਇੱਥੋਂ ਦਾ ਸਿਸਟਮ ਆ, ਭਾਰਤ ਦੀ ਇੱਕ ਆਪਣੀ ਇਕੋਨਮੀ ਸੀ, ਇਹਦੀ ਇਕੋਨਮੀ ਕੋਈ ਬਹੁਤੀ ਫਾਰਮਲ ਇਕੋਨਮੀ ਨਹੀਂ ਆ, ਇਨਫਾਰਮਲ ਇਕੋਨਮੀ ਆ। ਪਹਿਲਾਂ ਡੀਮੋਨੇਟਾਈਜੇਸ਼ਨ ਨੇ ਬੇੜਾ ਗਰਕ ਕਰਤਾ, ਹੁਣ ਜਿਹੜੇ ਕਿਸਾਨ ਬਿੱਲ ਨੇ ਜਿਹੜੇ ਮੋਦੀ ਸਰਕਾਰ ਲੈ ਕੇ ਆਈ ਆ, ਉਹ ਇੱਕ ਆਮ ਕਿਸਾਨ ਦਾ ਬੇੜਾ ਗਰਕ ਕਰਨਗੇ। ਹੁਣ ਜਿਹੜੀ ਇਹ ਮਨਟੇਕ ਸਿੰਘ ਆਹਲੂਵਾਲੀਆ ਵਾਲੀ ਰਿਪੋਰਟ ਆ, ਇਹ ਵੀ ਕਾਰਪੋਰੇਟ ਸੈਂਟਰਿਕ ਰਿਪੋਰਟ ਆ, ਇਹਦੇ 'ਚ ਵੀ ਆਮ ਬੰਦਿਆਂ ਦੀ ਕਿਤੇ ਗੱਲ ਨਹੀਂ। ਇੰਡਸਟਰੀ ਦੀ ਵਾਰ-ਵਾਰ ਗੱਲ ਹੋ ਰਹੀ ਹੈਗੀ, ਭਰਤੀਆਂ ਸਰਕਾਰੀ ਕਹਿ ਰਿਹਾ ਨਾ ਕਰੋ, ਸਬਸਿਡੀ ਨੂੰ ਖਤਮ ਕਰਨ ਦੀ ਗੱਲ ਹੋ ਰਹੀ ਹੈ, ਇਸ਼ਾਰਾ ਕੀਤਾ ਜਾ ਰਿਹਾ। ਇਹ ਨਹੀਂ ਗਾ ਕਿ ਉਰੇ ਮੁਫਤ ਦੇ ਨਾਂ ਦੇ ਉੱਤੇ ਦੁਕਾਨਦਾਰੀ ਚੱਲਦੀ ਰਹੇ, ਉਹਨਾਂ ਲੋਕਾਂ ਨੂੰ ਮੁਫਤ ਕੁਝ ਨਹੀਂ ਮਿਲਣਾ ਚਾਹੀਦਾ ਜਿਹੜੇ ਉਹਦੇ ਹੱਕਦਾਰ ਨਹੀਂ ਹੈ। ਜਿਨ੍ਹਾਂ ਕੋਲੇ ਸਾਧਨ ਹੈਗੇ ਨੇ ਉਹਨਾਂ ਨੂੰ ਮੁਫਤ ਮਿਲੀ ਜਾਂਦਾ। ਪਾਵਰ ਜਿਹੜੀ ਬਿਜਲੀ ਸਬਸਿਡੀ ਦੇ ਉੱਤੇ ਵੀ ਗੱਲ ਕਰਨੀ ਚਾਹੀਦੀ ਹੈ ਖੁੱਲ੍ਹ ਕੇ ਕਿ ਉਹ ਕਿਹਨਾਂ ਨੂੰ ਮਿਲੇ, ਸਬਸਿਡੀ ਮਿਲਣੀ ਚਾਹੀਦੀ ਹੈ ਪਰ ਕਿਹਨਾਂ ਨੂੰ ਮਿਲੇ, ਇਹ ਸਵਾਲ ਹੈ। ਪਰ ਮਨਟੇਕ ਸਿੰਘ ਆਹਲੂਵਾਲੀਆ ਤਾਂ ਉਸੇ ਇੰਟਰਨੈਸ਼ਨਲ ਮੋਨੀਟਰੀ ਫੰਡ ਦੀ ਭਾਸ਼ਾ ਬੋਲ ਰਹੇ ਨੇ, ਮਨਟੇਕ ਸਿੰਘ ਆਹਲੂਵਾਲੀਆ ਵਰਲਡ ਬੈਂਕ ਦੀ ਭਾਸ਼ਾ ਬੋਲ ਰਹੇ ਨੇ, ਮਨਟੇਕ ਸਿੰਘ ਆਹਲੂਵਾਲੀਆ WTO ਦੀ ਭਾਸ਼ਾ ਬੋਲ ਰਹੇ ਨੇ, ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੀ। ਉਸੇ ਦੀ ਪੂਰੀ ਸਮਝ ਇਸ ਰਿਪੋਰਟ 'ਚ ਰਿਫਲੈਕਟ ਹੁੰਦੀ ਹੈ। ਇਹ ਰਿਪੋਰਟ ਵੀ ਉਧਰਲੇ ਰਾਹ ਨੂੰ ਜਾ ਰਹੀ ਹੈ ਜਿਹੜਾ ਪੰਜਾਬ ਲਈ ਬਿਹਤਰ ਨਹੀਂ ਹੈ, ਕਿਉਂਕਿ ਚੋਣਾਂ ਨੇ, ਕੈਪਟਨ ਨੂੰ ਵੀ ਪਤਾ। ਇਹ ਰਿਪੋਰਟ ਤਾਂ ਵੈਸੇ ਹੀ ਲਈ ਗਈ ਹੈ, ਇਹ ਰਿਪੋਰਟ ਤਾਂ ਵੈਸੇ ਹੀ ਲੈ ਲਈ ਕਿ ਸਰਕਾਰ ਨੇ ਤੇ ਕਰਨਾ ਕੁਝ ਨਹੀਂ ਗਾ। ਉਹਦਾ ਕਾਰਨ ਇਹ ਹੈ ਕਿ ਸਰਕਾਰ ਜੇ ਕਰੇਗੀ, ਪੋਲੀਟਿਕਸ ਤੇ ਪਾਪੂਲਿਜ਼ਮ ਨਾਲ ਚੱਲਦੀ ਹੈ ਨਾ, ਪਾਪੂਲਰ ਪਰਸੈਪਸ਼ਨ ਨਾਲ ਚੱਲਦੀ ਹੈ। ਜੇ ਤੁਸੀਂ ਇਸ ਟਾਈਮ ਕੋਈ ਸਬਸਿਡੀ ਖਤਮ ਕਰੋਗੇ, ਨੌਕਰੀਆਂ ਨਹੀਂ ਦਿਓਗੇ, ਤੁਹਾਡੀ ਅਗਲੀ ਵਾਰ ਸਰਕਾਰ 'ਚ ਆਉਣ ਦਾ ਜਿਹੜਾ ਦਾਅਵਾ ਉਹ ਖਤਮ ਹੋ ਜਾਏਗਾ। ਤੁਸੀਂ ਇਹ ਦਾਅਵਾ ਕਰ ਰਹੇ ਹੋ ਅਗਲੀ ਵਾਰ ਅਸੀਂ ਸਰਕਾਰ 'ਚ ਆਵਾਂਗੇ, ਤਾਂ ਤੁਸੀਂ ਕੁਝ ਨੌਕਰੀਆਂ ਦੇ ਦਿਓਗੇ ਲੋਕਾਂ ਨੂੰ, ਕੁਝ ਉਹਨਾਂ ਦਾ ਭਲਾ ਕਰ ਦਿਓਗੇ। ਉਹੀ ਜਿਹੜੀ ਹੈਗਾ ਇੱਕ ਤਰ੍ਹਾਂ ਦਾ ਟੋਕਨਿਜ਼ਮ ਮੈਂ ਕਹੂੰਗਾ, ਇਹ ਮਾੜੀ ਗੱਲ ਹੈ। ਪੂਰੀ ਓਵਰ ਇਕਨੋਮਿਕ ਰਿਵਾਈਵਲ ਹੋਣਾ ਚਾਹੀਦਾ। ਮਾਡਲ ਸਾਨੂੰ ਆਪਣੇ ਲੱਭਣੇ ਪੈਣਗੇ। ਜਿਹੜੇ ਇੰਟਰਨੈਸ਼ਨਲ ਮੋਨੀਟਰੀ ਫੰਡ ਦੇ ਮਾਡਲ ਨੇ, ਵਰਲਡ ਬੈਂਕ ਦੇ ਮਾਡਲ ਨੇ, ਇਹਨਾਂ ਨੇ ਪੱਠਾ ਬਥੇਰਾ ਬਿਠਾਤਾ ਇਸ ਦੇਸ਼ 'ਚ ਇਕੋਨਮੀ ਦਾ। ਇਹਦੇ ਨਾਲ ਗਰੀਬ ਹੋਰ ਗਰੀਬ ਹੋਇਆ, ਅਮੀਰ ਹੋਰ ਅਮੀਰ ਹੋਇਆਗਾ। ਪੂੰਜੀ ਥੋੜ੍ਹੇ ਹੱਥਾਂ 'ਚ ਆ ਗਈ, ਵੱਡੇ ਕਾਰਪੋਰੇਟ ਦੇ ਹੱਥਾਂ ਸਾਰਾ ਪੈਸਾ ਚਲਾ ਗਿਆ। ਤੇ ਵੈਲਫੇਅਰ ਸਰਕਾਰ ਇਸ ਲਈ ਨਹੀਂ ਹੁੰਦੀ, ਵੈਲਫੇਅਰ ਗਵਰਨਮੈਂਟ ਹੁੰਦੀ ਹੈ ਸਾਰੇ ਲੋਕਾਂ ਦਾ ਧਿਆਨ ਰੱਖਣ ਲਈ, ਇਕੱਲੇ ਡਾਨੀ ਬਾਨੀ ਦਾ ਧਿਆਨ ਰੱਖਣ ਲਈ ਨਹੀਂ ਹੁੰਦੀ। ਇਸ ਕਰਕੇ ਨਾ ਕਾਰਪੋਰੇਟ ਦਾ ਧਿਆਨ ਰੱਖਣ ਲਈ ਹੁੰਦੀ ਹੈ, ਨਾ ਇੰਡਸਟਰੀ ਦਾ ਧਿਆਨ ਰੱਖਣ ਲਈ ਹੁੰਦੀ ਹੈ। ਸਭ ਦਾ ਧਿਆਨ, ਇੰਡਸਟਰੀ ਦਾ ਵੀ ਰੱਖੋ, ਕਾਰਪੋਰੇਟ ਦਾ ਵੀ ਰੱਖੋ, ਪਰ ਆਮ ਲੋਕਾਂ ਦਾ ਵੀ ਰੱਖੋ। ਉਹੀ ਕੀ ਲੱਗਦਾ ਕਿ ਉਹਨਾਂ ਨੇ ਤਾਂ ਜਿਹੜੀ ਰਿਪੋਰਟ ਸੌਂਪੀ ਹੈ ਇਸੇ ਮਕਸਦ ਲਈ ਸੌਂਪੀ ਹੈ ਕਿ ਪੰਜਾਬ ਦੇ ਆਰਥਿਕ ਹਾਲਾਤ ਸੁਧਰ ਜਾਣ, ਪਰ ਕੀ ਲੱਗਦਾ ਕਿ ਵਾਕਈ 'ਚ ਜਿਹੜੀ ਰਿਪੋਰਟ ਸੌਂਪੀ ਗਈ ਸੁਝਾਅ ਨੇ ਇਹ ਪੰਜਾਬ ਦੇ ਆਰਥਿਕ ਹਾਲਾਤਾਂ ਨੂੰ ਸੁਧਾਰ ਸਕਦੇ? ਦੇਖੋ, ਤੁਸੀਂ ਕਹਿੰਦੇ ਹੋ ਪੁਲਿਸ ਦੀਆਂ ਨੌਕਰੀਆਂ, ਹੁਣ ਕੀ ਪੁਲਿਸ ਨੂੰ ਪ੍ਰਾਈਵੇਟ ਕਰਨਾ ਚਾਹੁੰਦੇ ਹੋ ਵੈਸਟ ਦੇ ਮੁਲਕਾਂ ਦੀ ਤਰ੍ਹਾਂ? ਇਹਦਾ ਮਤਲਬ ਮਨਟੇਕ ਸਿੰਘ ਆਹਲੂਵਾਲੀਆ ਇਹ ਕਹਿ ਰਹੇ ਨੇ ਗੱਲ ਪੁਲਿਸ ਦੀਆਂ ਨੌਕਰੀਆਂ ਨੇ, ਅਸੀਂ ਤਾਂ ਬਾਕੀ ਨੌਕਰੀਆਂ ਦੀ ਕਰ ਰਹੇ ਹਾਂ। ਪੰਜਾਬ ਦੇ ਅੰਦਰ ਟੀਚਰ ਵਿਚਾਰੇ ਸੜਕਾਂ ਤੇ ਨੇ, ਪੰਜਾਬ ਦੇ ਅੰਦਰ 25 ਸਾਲਾਂ ਤੋਂ ਕਾਲਜਾਂ 'ਚ ਕੋਈ ਭਰਤੀ ਨਹੀਂ ਹੋਈ,
ਪੰਜਾਬ 'ਚ ਟਰਾਂਸਪੋਰਟ ਵਿਭਾਗ, ਬਾਕੀ ਵਿਭਾਗਾਂ 'ਚ ਕੋਈ ਸਰਕਾਰੀ ਨੌਕਰੀਆਂ ਪਹਿਲਾਂ ਹੀ ਖਤਮ ਕੀਤੀਆਂ ਹੋਈਆਂ ਨੇ ਤੁਸੀਂ। ਅਸੀਂ ਇਹ ਨਹੀਂ ਕਹਿੰਦੇ ਕਿ ਸਭ ਨੂੰ ਸਰਕਾਰੀ ਨੌਕਰੀ ਮਿਲ ਜੂ, ਪਰ ਜਿਹੜੇ ਲੋਕ ਵਿਚਾਰੇ ਪੜ੍ਹ ਰਹੇ ਨੇ, ਮੈਂ ਅਕਸਰ ਸੋਚਦਾ ਹੁੰਨਾ ਕਿ ਜਿਹੜੇ ਯੂਨੀਵਰਸਿਟੀਆਂ 'ਚ ਹੁਣ ਪੜ੍ਹੀ ਜਾਂਦੇ ਨੇ, ਉਹ ਪੜ੍ਹ ਰਹੇ ਨੇ ਵਿਚਾਰੇ, ਮਤਲਬ ਆਰਟਸ ਦੀ ਪੜ੍ਹਾਈ ਕਰ ਰਹੇ, ਕਿ ਉਹਦੇ ਕੋਲ ਮੌਕੇ ਕੀ ਨੇ? ਕੁਝ ਵੀ ਮੌਕੇ ਨਹੀਂ ਹੈਗੇ। ਤਾਂ ਉਹ ਕਿਉਂ ਫਰਸਟ੍ਰੇਟ ਨਹੀਂ ਹੋਊਗਾ? ਫਿਰ ਉਹ ਪ੍ਰਵਾਸ ਹੋ ਰਿਹਾ, ਜਿਹੜੇ ਬੈਸਟ ਹਿਊਮਨ ਬ੍ਰੇਨ ਨੇ, ਜਿਹੜਾ ਸਾਡਾ ਬੈਸਟ ਹਿਊਮਨ ਰਿਸੋਰਸ ਆ, ਉਹ ਵਿਦੇਸ਼ ਜਾ ਰਿਹਾ, ਉਹ ਪ੍ਰਵਾਸ ਜਾ ਰਿਹਾ। ਕਿਉਂ ਜਾ ਰਿਹਾ ਹੈਗਾ? ਕਿਉਂਕਿ ਉਹਨਾਂ ਦੀ ਗੱਲ ਬਕਾਇਦਾ ਤੌਰ ਤੇ ਉਸ ਤਰੀਕੇ ਦੇ ਨਾਲ ਨਹੀਂ ਸੁਣੀ ਜਾ ਰਹੀ, ਉਹਨਾਂ ਨੂੰ ਉਹ ਮੌਕੇ ਨਹੀਂ ਦਿੱਤੇ ਜਾ ਰਹੇ। ਇਹ ਜਿਹੜੀ ਰਿਪੋਰਟ ਆ, ਇਹ ਵੀ ਕੋਈ ਇਕਨੋਮਿਕ ਡੀਸੈਂਟਰਲਾਈਜੇਸ਼ਨ ਦੀ ਗੱਲ ਨਹੀਂ ਕਰਦੀ ਕਿ ਆਰਥਿਕ ਤੌਰ ਤੇ ਇੰਡਸਟਰੀ ਨੂੰ ਕਹਿੰਦੇ ਹੋਰ ਫਾਇਦਾ ਦੇ ਦਿਓ। ਇੰਡਸਟਰੀ ਦੇ ਲਈ, ਇੱਕ ਇੰਡਸਟਰੀ ਲਈ ਕਰੋ, ਕੋਈ ਮਸਲਾ ਨਹੀਂ ਹੈ। ਤੁਹਾਡੇ 80% ਲੋਕ ਕੀ ਸੋਚਦੇ ਆ, 80% ਲੋਕ ਕੀ ਕਰ ਰਹੇ ਆ? ਸਮਾਜ ਸਟੇਬਲ ਤਾਂ ਰਹਿੰਦੇ ਨੇ ਜਦੋਂ ਕੋਈ ਕਹਿੰਦਾ ਨਾ ਜੀ ਨਾਰਕੀ ਫੈਲ ਗਈ, ਫਰਸਟ੍ਰੇਸ਼ਨ ਆ ਜੀ, ਕੋਈ ਗੈਂਗਸਟਰ ਬਣ ਰਿਹਾ, ਸਮਝ ਨਹੀਂ ਆ ਰਹੀ, ਭਟਕਣਾ ਲੱਗੀ ਹੋਈ ਆ। ਭਟਕਣਾ ਲੱਗ ਗਈ ਨਾ ਸਮਾਜ ਨੂੰ, ਕੋਈ ਨਸ਼ੇ ਜਾ ਰਿਹਾ, ਕੋਈ ਗੈਂਗਸਟਰ ਬਣ ਰਿਹਾ, ਕੋਈ ਕੁਝ ਕਰ ਰਿਹਾ, ਕੋਈ ਕੁਝ ਕਰ ਰਿਹਾ। ਕਿਉਂ ਆ ਭਟਕਣਾ? ਉਹ ਭਟਕਣਾ ਕਿਵੇਂ ਠੀਕ ਹੋਏਗੀ? ਘੱਟੋ ਘੱਟ ਪਹਿਲਾਂ ਇਕਨੋਮਿਕ ਮਾਡਲ, ਸਮਾਜਿਕ ਮਾਡਲ, ਅਧਿਆਤਮਿਕ ਚੀਜ਼ਾਂ, ਸਾਰਾ ਕੁਝ ਠੀਕ ਕਰਨਾ ਹੁੰਦਾ, ਫਿਰ ਬੰਦਾ ਸਹੀ ਰਾਹ ਤੇ ਆਉਂਦਾ, ਫਿਰ ਸਮਾਜ ਸਹੀ ਰਾਹ ਤੇ ਆਉਂਦੇ ਨੇ। ਉਹ ਤਾਂ ਤੁਹਾਡੇ ਕੋਲ ਕੋਈ ਵਿਜ਼ਨ ਨਹੀਂ ਹੈਗਾ। ਇਸ ਕਰਕੇ ਉਹ ਬਾਕੀਆਂ ਦੇ ਮਾਡਲਾਂ ਨੂੰ ਲਿਆ ਕੇ ਵੈਸਟ ਦਾ ਮਾਡਲ ਵੈਸਟ ਲਈ ਠੀਕ ਹੋ ਸਕਦਾ, ਕਿਉਂਕਿ ਵੈਸਟ ਸਾਰੀ ਦੁਨੀਆ ਨੂੰ ਆਪਣੇ ਮੁਤਾਬਕ ਕਰਨਾ ਚਾਹੁੰਦਾ। ਕਿਉਂਕਿ ਅਮਰੀਕਾ, ਇੰਗਲੈਂਡ ਜਾਂ ਜਿਹੜੇ ਮੁਲਕ ਨੇ, ਫਰਾਂਸ, ਇਹੋ ਜਿਹੇ ਮੁਲਕ ਪੂਰੀ ਦੁਨੀਆ ਨੂੰ ਆਪਣੇ ਮੁਤਾਬਕ ਚਲਾਉਣਾ ਚਾਹੁੰਦੇ ਨੇ। ਪੂਰੀ ਦੁਨੀਆ ਨੂੰ ਕਹਿੰਦੇ ਆ ਕਿ ਸਾਡਾ ਮਾਡਲ ਆ ਜਿਹੜਾ ਉਹ ਪੂਰੀ ਦੁਨੀਆ ਤੇ ਲਾਗੂ ਕਰੇ, ਸਾਡੇ ਮੁਤਾਬਕ ਪੂਰੀ ਦੁਨੀਆ ਚੱਲੇ। ਉਹ ਫਿਰ ਜਦੋਂ ਪਿੱਛੇ ਜੇ 2009 'ਚ ਇਕਨੋਮਿਕ ਕ੍ਰਾਈਸਿਸ ਆਇਆ, ਕੀ ਹੋਇਆ? ਪੂਰੀ ਦੁਨੀਆ ਦੀ ਇਕਨੋਮੀ ਡੁੱਬ ਗਈ, ਭਾਰਤ ਤੇ ਘੱਟ ਅਸਰ ਹੋਇਆ ਸੀ। ਕਿਉਂ ਹੋਇਆ ਸੀ? ਕਿਉਂਕਿ ਅਸੀਂ ਉਵੇਂ ਫਾਰਮਲ ਇਕਨੋਮੀ ਨਹੀਂ ਆ। ਜਿਹੜਾ ਡੀਮੋਨੇਟਾਈਜੇਸ਼ਨ ਹੈ, ਤਾਂ ਕਰੋਨਾ ਵੀ ਕਿਹਾ ਜਾਂਦਾ ਕਿ ਕਰੋਨਾ ਵੀ ਇੱਕ ਤਰੀਕਾ ਇਕਨੋਮੀ ਨੂੰ ਫਾਰਮਲ ਕਰਨ ਦਾ, ਯਾਨੀ ਆਰਥਿਕਤਾ ਸਿੱਧੀ ਡਾਇਰੈਕਟ ਟਰਾਂਸਫਰ ਜਿਹੜੀ ਹੈਗੀ ਉਹਦੇ ਤੇ ਆ ਜੇ, ਯਾਨੀ ਤੁਹਾਡਾ ਲੈਣ ਦੇਣ ਸਿੱਧਾ ਇੰਟਰਨੈਟ ਦੇ ਉੱਤੇ ਹੋਵੇ, ਤਾਂ ਕਿ ਸਾਰੀ ਇਕਨੋਮੀ ਤੁਹਾਡੇ ਧਿਆਨ 'ਚ ਹੋਵੇ। ਇਹ ਸਾਡੇ ਦੇਸ਼ ਦੇ ਅੰਦਰ ਇਸ ਤਰੀਕੇ ਨਾਲ ਨਹੀਂ ਸੀ। ਜਦੋਂ ਇੱਕੋ ਦਮ ਕਰੋਗੇ, ਚੀਜ਼ਾਂ ਕੀਤੀਆਂ ਜਾ ਸਕਦੀਆਂ ਨੇ। ਸਿਸਟਮ ਹਮੇਸ਼ਾ ਬਿਹਤਰੀ ਦੀ ਭਾਲ 'ਚ ਹੁੰਦਾ, ਸਿਸਟਮ ਬਿਹਤਰ ਹੋਣਾ ਚਾਹੀਦਾ ਹੈ, ਇਕਨੋਮੀ ਠੀਕ ਹੋਣੀ ਚਾਹੀਦੀ ਹੈ, ਔਰ ਇਕਨੋਮੀ ਫਾਰਮਲ ਹੋਣੀ ਚਾਹੀਦੀ ਹੈ, ਇਹ 'ਚ ਵੀ ਕੋਈ ਇਸ਼ੂ ਨਹੀਂ। ਪਰ ਉਹਨੂੰ ਇੱਕੋ ਦਮ ਕਰੋਗੇ, ਡੀਮੋਨੇਟਾਈਜੇਸ਼ਨ ਕਰਕੇ ਭੱਠਾ ਬਹਿ ਗਿਆ, ਮਾਰੇ ਗਏ ਵਿਚਾਰੇ ਲੋਕ। ਉਹਨੂੰ ਇੱਕੋ ਦਮ ਕਰੋਗੇ, ਪੋਲੀਟੀਕਲ ਪਾਰਟੀਆਂ ਤੁਸੀਂ ਮਾਰਨ ਨੂੰ ਫਿਰਦੇ ਸੀ, ਮਾਰੇ ਲੋਕ ਗਏ। ਬੀਜੇਪੀ ਬਾਕੀਆਂ ਦੇ ਪੈਸੇ ਕਢਾਉਣਾ ਚਾਹੁੰਦੀ ਸੀ ਨਾ, ਕਾਂਗਰਸ ਵਾਲੇ, ਬਾਕੀ ਸਾਰੇ ਪਤਾ ਲੱਗ ਜਾਣ ਕਿਹਦੇ ਕੋਲ ਕੀ ਹੈਗਾ। ਨੁਕਸਾਨ ਵਿਚਾਰੇ ਆਮ ਲੋਕਾਂ ਦਾ ਹੋ ਗਿਆ, ਰੇਹੜੀ ਵਾਲਿਆਂ ਦਾ, ਫੜੀ ਵਾਲਿਆਂ ਦਾ, ਉਹਨਾਂ ਦਾ ਕੀ ਕਸੂਰ ਸੀਗਾ? ਇਸ ਕਰਕੇ ਇਹ ਚੀਜ਼ਾਂ ਦੇ ਬਾਰੇ ਜਦੋਂ ਤੱਕ ਸਰਕਾਰਾਂ ਨਹੀਂ ਸੋਚਣਗੀਆਂ, ਉਦੋਂ ਤੱਕ ਇਹ ਜਿਹੜੀ ਮਨਟੇਕ ਸਿੰਘ ਆਹਲੂਵਾਲੀਆ ਦੀ ਰਿਪੋਰਟ ਹੈ, ਕਿਸੇ ਸਿਰੇ ਨਹੀਂ ਲਿਆ ਸਕਦੀ। ਇਹ ਮਾਡਲ, ਇਹ ਰਿਪੋਰਟਾਂ ਪੰਜਾਬ ਦੇ ਅੰਦਰ ਬਹਿ ਕੇ ਪੰਜਾਬ ਦੀ ਸਮਝ 'ਚੋਂ, ਪੰਜਾਬ ਦੇ ਬਾਰੇ, ਜਿਹੜੀ ਪੰਜਾਬ ਬਾਰੇ ਗਹਿਰੀ ਸਮਝ ਰੱਖਣ ਵਾਲੇ ਲੋਕ ਨੇ, ਪੰਜਾਬ ਦੀ ਆਰਥਿਕਤਾ ਬਾਰੇ, ਪੰਜਾਬ ਦੇ ਸੱਭਿਆਚਾਰ ਬਾਰੇ, ਸਮਾਜਿਕਤਾ ਬਾਰੇ ਉਹਨਾਂ ਦੀ ਗਹਿਰੀ ਸਮਝ ਹੋਵੇ, ਜਿਹੜੇ ਆਰਥਿਕਤਾ ਦੀ ਗੱਲ ਕਰਨ, ਉਹਨਾਂ ਨੂੰ ਪਤਾ ਹੋਵੇ ਸਾਡੇ ਸਮਾਜ ਦੀਆਂ ਤੰਦਾਂ ਕੀ ਨੇ। ਇਹ ਜਿਹੜੇ ਬਹਿ ਕੇ ਦਿੱਲੀ ਰਿਪੋਰਟ ਬਣਾਉਂਦੇ ਨੇ, ਇਹਨਾਂ ਨੂੰ ਨਹੀਂ ਪਤਾ ਪੰਜਾਬ ਦੀਆਂ ਸਮਾਜਿਕ ਤੰਦਾਂ ਕੀ ਨੇ, ਪੰਜਾਬ ਦੀਆਂ ਸੱਭਿਆਚਾਰਕ ਤੰਦਾਂ ਕੀ ਨੇ, ਪੰਜਾਬ 'ਚ ਲੋਕ ਡੇਲੀ ਕਿਵੇਂ ਜਿਉਂਦੇ ਨੇ। ਜਦੋਂ ਏਸੀ ਕਮਰਿਆਂ 'ਚ ਦਿੱਲੀ ਬਹਿ ਕੇ ਰਿਪੋਰਟਾਂ ਬਣਾਓਗੇ, ਉਹਦਾ ਹਾਲ ਫਿਰ ਉਹ ਜਦੋਂ ਉਹਦੇ 'ਚ ਹੋਊਗਾ ਹੀ ਸਾਰਾ ਉਸ ਤਰ੍ਹਾਂ ਦਾ ਅਲੀਟ ਵਰਗ, ਇਕਨੋਮਿਕ ਤੌਰ ਤੇ, ਆਰਥਿਕ ਤੌਰ ਤੇ ਅਲੀਟ ਲੋਕ ਹੋਣਗੇ, ਜਿਹੜੇ ਗਰਾਊਂਡ ਨੂੰ ਟੁੱਟੇ ਹੋਏ ਨੇ। ਗਰਾਊਂਡ ਦੀ ਸਿਚੁਏਸ਼ਨ ਕੀ ਆ, ਗਰਾਊਂਡ ਤੇ ਹਾਲਾਤ ਕੀ ਨੇ? ਮਨਟੇਕ ਸਿੰਘ ਆਹਲੂਵਾਲੀਆ ਕਿੰਨੀ ਵਾਰ ਆਏ ਹੋਣਗੇ ਪੰਜਾਬ ਦੇ ਅੰਦਰ, ਉਹਨਾਂ ਲੋਕਾਂ ਨਾਲ ਬੈਠੇ ਹੋਣਗੇ, ਮਜ਼ਦੂਰਾਂ ਨਾਲ, ਕਿਸਾਨਾਂ ਨਾਲ, ਗਰੀਬਾਂ ਨਾਲ, ਦੁਖੀਆਂ ਨਾਲ। ਕਿੱਦਣ ਉਹਨਾਂ ਦੇ ਦਰਦ ਤਾਂ ਸਮਝ ਆਊਗੀ ਨਾ ਕਹਾਣੀ, ਤਾਂ ਕਿ ਪੰਜਾਬ ਕੀ ਚਾਹੁੰਦਾ ਹੈਗਾ। ਇਸ ਕਰਕੇ ਜ਼ਰੂਰੀ ਹੈ ਰਿਪੋਰਟਾਂ ਬਣਨ, ਰਿਫਾਰਮ ਵੀ ਹੋਣ, ਪਰ ਉਹ ਪੀਪਲ ਸੈਂਟਰਿਕ ਹੋਣ, ਉਹ ਨੇਚਰ ਸੈਂਟਰਿਕ ਹੋਣ, ਹਿਊਮਨ ਸੈਂਟਰਿਕ ਹੋਣ, ਪੰਜਾਬ ਸੈਂਟਰਿਕ ਹੋਣ, ਨਾ ਕਿ ਕਾਰਪੋਰੇਟ ਸੈਂਟਰਿਕ ਹੋਣ, ਇੰਟਰਨੈਸ਼ਨਲ ਮੋਨੀਟਰੀ ਫੰਡ ਸੈਂਟਰਿਕ ਹੋਣ, ਵਰਲਡ ਬੈਂਕ ਸੈਂਟਰਿਕ ਹੋਣ। ਜੀ, ਉਹੀ ਜੇ ਗੱਲ ਕਰ ਲਈ ਜਾਵੇ ਤਾਂ ਇੰਡਸਟਰੀ ਦਾ ਤਾਂ ਖਿਆਲ ਰੱਖ ਲਿਆ ਗਿਆ ਇਹਦੇ ਵਿੱਚ, ਪਰ ਆਮ ਲੋਕਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ। ਵੱਡਾ ਸਵਾਲ ਖੜਾ ਹੁੰਦਾ, ਕਿਉਂਕਿ ਲੋਕ ਜਿਹੜੇ ਨੇ, ਆਮ ਲੋਕ ਨੇ, ਉਹ ਸਰਕਾਰਾਂ ਬਣਾਉਂਦੇ ਨੇ, ਤਾਂ ਆਮ ਲੋਕਾਂ ਨੂੰ ਕਿਉਂ ਇਗਨੋਰ ਕਰ ਦਿੱਤਾ? ਆਮ ਲੋਕਾਂ ਨੂੰ ਤਾਂ ਮੈਂ ਉਹੀ ਕਹਿ ਰਿਹਾ, ਮਾਡਲ ਹੀ ਆ ਜਿਹੜਾ, ਉਹ ਆਮ ਲੋਕਾਂ ਦੇ ਆਧਾਰਿਤ ਤੇ ਕੇਂਦਰਿਤ ਨਹੀਂ ਆ। ਪਿਸਦਾ ਵਿਚਾਰਾ ਆਮ ਬੰਦਾ ਹੈਗਾ, ਖੂਨ ਰੋਜ਼ ਉਹਦਾ, ਮੈਂ ਕਿਹਾ ਸਿਸਟਮ ਦੇ ਅੰਦਰ ਜਿਹੜਾ ਹੈਗਾ, ਉਹਦੇ ਸਾਰੀ ਗੱਲ ਦੇ ਨਾਲ ਸਿਸਟਮ ਚੱਲਦਾ ਹੈਗਾ, ਪਰ ਉਸੇ ਨੂੰ ਇਗਨੋਰ ਕੀਤਾ ਜਾਂਦਾ ਹੈਗਾ। ਉਹਨੂੰ ਸਿਰਫ ਇੱਕ ਲੇਬਰ ਬਣਾ ਕੇ ਰੱਖ ਦਿੱਤਾ ਜਾਂਦਾ, ਉਹਨੂੰ ਸਿਰਫ ਇੱਕ ਕਲਰਕ ਬਣਾ ਕੇ ਰੱਖ ਦਿੱਤਾ ਜਾਂਦਾ ਕਿ ਬਸ ਕੰਮ ਕਰੇ, ਬਾਕੀ ਸਾਰਾ ਉਹਦੀ ਹਿੱਸੇਦਾਰੀ ਹੋਣੀ ਚਾਹੀਦੀ ਹੈ। ਉਹਦੇ ਤੋਂ ਪੁੱਛਿਆ ਜਾਣਾ ਚਾਹੀਦਾ, ਭਾਈ ਕਿਹੋ ਜਿਹਾ ਹੋਵੇ। ਕਿਸਾਨਾਂ ਕੋਲ ਜਾਣਾ ਚਾਹੀਦਾ ਸੀਗਾ, ਕਿਸਾਨੀ ਦੇ ਉੱਤੇ ਚੁੱਪੀ ਹੈ ਰਿਪੋਰਟ, ਇਸ ਕਰਕੇ ਕੋਈ ਕਿਸਾਨ ਮਸਲਾ ਚੱਲ ਰਿਹਾ ਹੈਗਾ। ਕਿਸਾਨਾਂ ਕੋਲੇ ਜਾਓ, ਮਜ਼ਦੂਰਾਂ ਕੋਲੇ ਜਾਓ, ਗਰੀਬਾਂ ਕੋਲੇ ਜਾਓ, ਇੰਡਸਟਰੀਲਿਸਟਾਂ ਕੋਲੇ ਵੀ ਜਾਓ। ਤੁਹਾਡੀ ਕਮੇਟੀ ਦੇ ਅੰਦਰ ਇੰਡਸਟਰੀਲਿਸਟ ਤਾਂ ਪਾ ਲਏ ਤੁਸੀਂ, ਕਿਸਾਨ ਤੇ ਮਜ਼ਦੂਰ ਕਿੱਥੇ ਹੈਗਾ? ਮਨਟੇਕ ਸਿੰਘ ਆਹਲੂਵਾਲੀਆ ਜਿਹੜਾ ਗਰੁੱਪ ਬਣਿਆ, ਉਹਦੇ 'ਚ ਕੌਣ ਸੀਗਾ ਜਿਹੜਾ ਕਿਸਾਨਾਂ ਨੂੰ ਰਿਪਰੈਜ਼ੈਂਟ ਕਰਨ ਵਾਲਾ ਸੀਗਾ? ਕੋਈ ਬਿਲਕੁਲ ਗਰਾਊਂਡਡ ਕਿਸਾਨ ਕੋਈ
ਬਥੇਰੇ ਹੁਣ ਤਾਂ ਪਤਾ ਲੱਗ ਗਿਆ ਸਾਰੇ ਕਿਸਾਨ ਮੋਰਚੇ 'ਚ ਕਿੰਨੇ ਇੰਟੈਲੀਜੈਂਟ ਕਿਸਾਨ ਨੇ, ਜਿਨ੍ਹਾਂ ਨੂੰ ਸਭ ਪਤਾ ਹੈਗਾ, ਉਹਨਾਂ ਨੂੰ ਵਿੱਚ ਰੱਖੋ। ਮਜ਼ਦੂਰਾਂ ਦਾ ਵੀ ਪਤਾ ਕਿ ਮਜ਼ਦੂਰਾਂ 'ਚ ਬਹੁਤ ਸਾਰੇ ਜਿਹੜੇ ਉਹਨਾਂ ਦੇ ਆਗੂ ਨੇ, ਉਹਨਾਂ ਨੂੰ ਵੀ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਦਿਓ ਤਾਂ ਕਿ ਪਤਾ ਲੱਗੇ। ਹਰ ਵਰਗ ਦੀ ਰਿਪਰੈਜ਼ੈਂਟੇਸ਼ਨ ਹੋ ਕੇ ਫਿਰ ਇੱਕ ਇਕਨੋਮਿਕ ਮਾਡਲ ਬਣਾਓ। ਆਰਥਿਕਤਾ ਇਕੱਲੀ ਇਹ ਤਾਂ ਨਹੀਂ ਹੈਗੀ ਕਿ ਇੰਡਸਟਰੀ ਲਈ ਹੈ ਜਾਂ ਇੱਕ 20% ਜਾਂ 10% ਲੋਕਾਂ ਲਈ ਹੈ। ਸਰਕਾਰਾਂ ਤਾਂ 100% ਲੋਕਾਂ ਲਈ ਕੰਮ ਕਰਦੀਆਂ ਨੇ ਨਾ, ਤਾਂ 100% ਲੋਕਾਂ ਲਈ ਉਹ ਮਾਡਲ ਹੋਣਾ ਚਾਹੀਦਾ, ਨਾ ਕਿ 20% ਲਈ। ਇਹ ਮਾਡਲ 20% ਲੋਕਾਂ ਦੇ ਮਾਡਲ ਨੇ, 80% ਲੋਕਾਂ ਦੇ ਮਾਡਲ ਨਹੀਂ ਹੈ। ਇਸੇ ਕਰਕੇ ਸਾਡੇ ਦੇਸ਼ 'ਚ ਇਕਨੋਮੀ ਦਾ ਲਗਾਤਾਰ ਡਿਕਲਾਈਨ ਹੋਇਆ, ਇਸੇ ਕਰਕੇ ਸਾਡੇ ਦੇਸ਼ 'ਚ ਅਮੀਰੀ ਗਰੀਬੀ ਦਾ ਪਾੜਾ ਲਗਾਤਾਰ ਵਧਿਆ। ਕੀ ਲੱਗਦਾ ਖੇਤੀ ਬਿੱਲਾਂ ਤੋਂ ਲੈ ਕੇ ਮਨਟੇਕ ਸਿੰਘ ਆਹਲੂਵਾਲੀਆ ਦੀ ਰਿਪੋਰਟ ਤੱਕ ਜਿਹੜੀ ਵਰਲਡ ਬੈਂਕ ਦੀਆਂ ਨੀਤੀਆਂ ਨੇ ਉਹਨਾਂ ਨੂੰ ਲਾਗੂ ਕਰਨ ਦਾ ਇਹ ਆਖਰੀ ਪੜਾਅ ਆ? ਲੱਗਦਾ ਤਾਂ ਇਹੀ ਆ। ਤੁਸੀਂ ਦੇਖੋ ਜਿਹੜੀਆਂ ਥਰਡ ਵਰਲਡ ਕੰਟਰੀਜ਼ ਨੇਗੀਆਂ, ਪਹਿਲਾਂ ਉਹਨਾਂ ਨੇ ਬਾਕੀ ਮੁਲਕਾਂ, ਯੂਰਪ 'ਚ ਦੇਖ ਲਓ, ਪੱਛਮ 'ਚ ਦੇਖ ਲਓ, ਆਸਟ੍ਰੇਲੀਆ, ਨਿਊਜ਼ੀਲੈਂਡ, ਜਿੱਥੇ ਮਰਜ਼ੀ ਦੇਖ ਲਓ, ਉਹਨਾਂ ਨੇ ਬੰਦੇ ਨੂੰ ਇੱਕ ਮਸ਼ੀਨ ਬਣਾਤਾ। ਬੰਦਾ ਮਸ਼ੀਨ ਬਣ ਗਿਆ, ਕ੍ਰੀਏਟਿਵ ਮਾਈਂਡ ਨਾ ਰਹੇ ਉਹ, ਬਸ ਘਰ ਤੋਂ ਕੰਮ ਤੇ ਕੰਮ ਤੋਂ ਘਰ। ਉਦੋਂ ਬਾਅਦ ਉਹ ਕ੍ਰੀਏਟਿਵ ਮਾਈਂਡ ਕੀ ਹੈਗਾ? ਹਰ ਬੰਦਾ ਤਾਂ ਕ੍ਰੀਏਟਿਵ ਫੀਲਡ 'ਚ ਨਹੀਂ ਹੋ ਸਕਦਾਗਾ। ਹੁਣ ਉਹ ਤੀਜੀ ਦੁਨੀਆ ਤੇ ਆਏ ਹੋਏ ਨੇ। ਤੀਜੀ ਦੁਨੀਆ ਦੇ ਅੰਦਰ, ਤੀਜੀ ਦੁਨੀਆ ਦੇ ਜਿਹੜੇ ਮੁਲਕ ਨੇ, ਇਹਨਾਂ ਦੇ ਅੰਦਰ ਇਕਨੋਮੀ ਉਹਨਾਂ ਦੇ ਹਿਸਾਬ ਨਾਲ ਨਹੀਂ ਆ। ਇਹਨਾਂ ਮੁਲਕਾਂ ਦੇ ਅੰਦਰ ਉਸ ਹਿਸਾਬ ਦੇ ਨਾਲ ਢਾਂਚਾ ਨਹੀਂ ਆ। ਇਹਨਾਂ ਮੁਲਕਾਂ ਦੇ ਅੰਦਰ ਇਕਨੋਮੀ ਇਨਫਾਰਮਲ ਆ। ਲੋਕ ਫੜ ਕੇ ਪੈਸੇ ਇੱਥੋਂ ਫੜਦੇ, ਉੱਥੇ ਦੇ ਦਿੰਦੇ, ਉੱਥੋਂ। ਉਹ ਕਹਿੰਦੇ ਨਹੀਂ, ਜੇ ਕੋਈ 10 ਰੁਪਏ ਵੀ ਕਿਤੇ ਜਾ ਰਿਹਾ, ਡਿਜੀਟਲ ਇਕਨੋਮੀ। ਸ਼ਬਦ ਡਿਜੀਟਲ ਵਰਤਿਆ, ਹੁੰਦਾ ਡਿਜੀਟਲ ਕੁਛ ਨਹੀਂ। ਕਿਸੇ ਗਰੀਬ ਦੀ ਜ਼ਿੰਦਗੀ ਵੀ ਡਿਜੀਟਲ ਕਰ ਦਿਓ, ਗਰੀਬ ਦੀ ਜ਼ਿੰਦਗੀ ਡਿਜੀਟਲ ਨਹੀਂ ਹੋਊਗੀ। ਗਰੀਬ ਦੀ ਜ਼ਿੰਦਗੀ ਇਸ ਕਰਕੇ ਡਿਜੀਟਲ ਹੋਊ ਵੀ ਉਹਨੂੰ ਉਹਦਾ ਨਿਚੋੜਨਾ ਕਿਵੇਂ ਹੈਗਾ, ਉਹਦੇ 10 ਰੁਪਇਆਂ 'ਚੋਂ ਵੀ 5 ਕਿਵੇਂ ਨਿਚੋੜਨੇ ਹੈਗੇ। ਤਾਂ ਇਸ ਕਰਕੇ ਇਹ ਤੀਜੀ ਦੁਨੀਆ ਦੇ ਅੰਦਰ ਹੁਣ ਤੁਸੀਂ ਬਾਕੀ ਮੁਲਕਾਂ 'ਚ ਵੀ ਦੇਖੋਗੇ, ਜਿਹੜਾ ਵਰਲਡ ਬੈਂਕ ਦਾ ਮਾਡਲ ਸੀ ਉਹਨੂੰ ਬਹੁਤ ਇੰਟੈਂਸਿਟੀ ਨਾਲ ਉਹਨਾਂ ਨੇ ਲਾਗੂ ਕਰ ਲਿਆ ਉਹਨਾਂ ਮੁਲਕਾਂ 'ਚ। ਤਾਂ ਰਹਿ ਗਿਆ ਇੱਥੇ ਤੀਜੀ ਦੁਨੀਆ। ਇਹਨਾਂ ਮੁਲਕਾਂ ਦੇ ਅੰਦਰ ਉਹ ਉਸੇ ਤਰੀਕੇ ਨਾਲ ਆ ਰਹੇ ਨੇ। ਕਿਸਾਨੀ ਬਿੱਲ ਵੀ ਉਹਨਾਂ ਦੀ ਰਿਫਲੈਕਸ਼ਨ ਨੇ। ਕਿਸਾਨੀ ਬਿੱਲ ਵੀ ਉਸੇ ਵਰਲਡ ਬੈਂਕ ਦੇ ਏਜੰਡੇ 'ਚੋਂ ਨਿਕਲੇ ਨੇ, ਤੇ ਮਨਮੋਹਨ ਸਿੰਘ ਦੀ ਇਕਨੋਮੀ ਵੀ ਉਸ ਏਜੰਡੇ 'ਚੋਂ ਨਿਕਲੀ ਹੈ। ਮਨਟੇਕ ਸਿੰਘ ਆਹਲੂਵਾਲੀਆ ਦੀ ਰਿਪੋਰਟ ਵੀ ਉਸੇ ਏਜੰਡੇ 'ਚੋਂ ਨਿਕਲੀ ਹੋਈ ਹੈ। ਜਿਹੜਾ ਏਜੰਡਾ ਚਾਹੁੰਦਾ ਕਿ ਰਿਫਾਰਮ, ਜਿਹਨੂੰ ਇਹ ਰਿਫਾਰਮ ਕਹਿੰਦੇ ਨੇ। ਅਸੀਂ ਸਵਾਲ ਕਰਦੇ ਹਾਂ ਕਿ 1991 ਤੋਂ ਬਾਅਦ ਜਦੋਂ ਮਨਮੋਹਨ ਸਿੰਘ ਨੇ ਬਹੁਤ ਬਿਹਤਰ ਕਦਮ ਚੁੱਕਿਆ ਸੀ, ਜਿੰਨਾ ਮਰਜ਼ੀ ਕੋਈ ਉਹ ਆ ਜਾਏ, ਬੀਜੇਪੀ ਨੇ ਵੱਧ ਤੋਂ ਵੱਧ ਇਹ ਹੈ ਕਿ ਬਿਜ਼ਨਸਮੈਨ 2 ਖੜੇ ਕਰ ਲਏ, ਪਰ ਇਕਨੋਮੀ ਦਾ ਬੁਰਾ ਹਾਲ ਕਿਉਂ ਹੋ ਗਿਆ? ਇਹ ਸਵਾਲ ਆ। ਇਹ ਸਵਾਲ ਮਨਮੋਹਨ ਸਿੰਘ ਨੂੰ ਵੀ ਹੋਣਾ ਚਾਹੀਦਾ ਕਿ ਇਹਦਾ ਮਤਲਬ ਤੁਹਾਡਾ ਡਿਸੀਜ਼ਨ ਉਦੋਂ ਠੀਕ ਨਹੀਂ ਸੀ, ਤੁਹਾਡਾ ਡਿਸੀਜ਼ਨ ਵੀ ਪੀਪਲ ਸੈਂਟਰਿਕ ਨਹੀਂ ਸੀ। ਇਸ ਦੇਸ਼ ਦੀ ਜਿਹੜੀ ਨਬਜ਼ ਸੀ ਉਹਦੇ ਆਧਾਰਿਤ ਨਹੀਂ ਸੀਗਾ। ਇਸ ਦੇਸ਼ ਦੀ ਨਬਜ਼ ਇਹ ਨਹੀਂ ਮੰਗਦੀ ਸੀ ਜੋ ਇੱਕੋ ਦਮ ਹੋ ਗਿਆ। ਠੀਕ ਹੈ, ਇਕਨੋਮਿਕ ਸੰਕਟ ਸੀ ਉਦੋਂ, ਕੋਈ ਹੱਲ ਕੱਢਣਾ ਸੀਗਾ, ਉਹਦੇ ਬਹੁਤ ਸਾਰੇ ਤਰੀਕੇ ਕੱਢੇ ਜਾ ਸਕਦੇ ਸੀਗੇ, ਪਰ ਜਿਸ ਤਰੀਕੇ ਦੇ ਨਾਲ ਉਹ ਇਕਨੋਮਿਕ ਮਾਡਲ ਤੋਂ ਬਾਅਦ ਇਹ ਦੇਸ਼ ਦੇ ਅੰਦਰ ਅਮੀਰੀ ਗਰੀਬੀ ਦਾ ਪਾੜਾ ਵਧਿਆ, ਇਨਕੁਐਲਿਟੀ ਵਧੀ ਹੈ, ਔਰ ਸੋਸ਼ਲੀ ਸਮਾਜ ਜਿਵੇਂ ਟੁੱਟਿਆ ਹੈਗਾ, ਔਰ ਜਿਸ ਤਰੀਕੇ ਦੇ ਨਾਲ ਜਿੰਨਾ ਆਬਾਦੀ ਪਿੰਡਾਂ ਦੀ ਸ਼ਹਿਰਾਂ ਵੱਲ ਨੂੰ ਗਈ, ਕਿਉਂਕਿ ਸ਼ਹਿਰਾਂ 'ਚ ਮੌਕੇ ਸੀਗੇ ਰੁਜ਼ਗਾਰ ਦੇ, ਲੋਕ ਮੂਵ ਕਰ ਕਰਕੇ ਪਿੰਡਾਂ 'ਚੋਂ। ਕਿਉਂ? ਪਿੰਡਾਂ ਦੀ ਇਕਨੋਮੀ ਨੂੰ ਉਵੇਂ ਨਹੀਂ ਰੱਖਿਆ ਜਾ ਸਕਦਾ ਸੀ। ਅੱਜ ਕਿਹੜਾ ਬੰਦਾ ਜਿਹੜਾ ਪਿੰਡੋਂ ਆਇਆ ਹੋਇਆ ਜਿਹਨੂੰ ਲੱਗਦਾ ਮੈਂ ਪਿੰਡ ਨਹੀਂ ਰਹਿਣਾ, ਜਿਹਦੇ ਪਿੰਡ 'ਚ ਰੁਜ਼ਗਾਰ ਹੋਵੇ? ਪਿੰਡ 'ਚ ਇਸ ਕਰਕੇ ਉਹ ਨਹੀਂ ਰਹਿ ਰਿਹਾ ਕਿਉਂਕਿ ਪਿੰਡ 'ਚ ਰੁਜ਼ਗਾਰ ਨਹੀਂ ਹੈਗਾ, ਲੋਕਲ ਥਾਵਾਂ 'ਤੇ ਰੁਜ਼ਗਾਰ ਨਹੀਂ ਹੈਗੇ, ਉਹਨੂੰ ਆਪਣੀ ਥਾਂ ਛੱਡ ਕੇ ਦੂਜੀ ਥਾਂ 'ਤੇ ਜਾਣਾ ਪੈਂਦਾ। ਤਾਂ ਇਕਨੋਮਿਕ ਮਾਡਲ ਦੀ ਸਮੱਸਿਆ ਨਾ ਇਹ। ਤੁਹਾਡਾ ਇਕਨੋਮਿਕ ਮਾਡਲ ਨਹੀਂ ਸੀ, ਕਿਉਂਕਿ ਵਰਲਡ ਬੈਂਕ ਦਾ ਇਕਨੋਮਿਕ ਮਾਡਲ ਇਹ ਨਹੀਂ ਕਹਿੰਦਾ ਹੈਗਾ। ਇੰਟਰਨੈਸ਼ਨਲ ਮੋਨੀਟਰੀ ਫੰਡ ਆਪਣਾ ਫੰਡ ਇਸ ਕਰਕੇ ਨਹੀਂ ਦੇਗਾ ਕਿ ਕਿਸੇ ਪਿੰਡ 'ਚ ਵੀ ਇਕਨੋਮੀ ਡਿਵੈਲਪ ਕਰ ਦਿਓ। ਉਹ ਤਾਂ ਕਹੇਗਾ ਇੱਕ ਥਾਂ 'ਤੇ ਸੈਂਟਰਲ, ਇੱਕ ਥਾਂ 'ਤੇ ਲੇਬਰ ਹੋਵੇ, ਉਹ ਲੇਬਰ ਨੂੰ ਮੈਂ ਵਰਤਣਾ ਕਿਵੇਂ? ਵੱਡੀਆਂ ਵੱਡੀਆਂ ਫੈਕਟਰੀਆਂ, ਵੱਡਾ ਸਾਰਾ ਕੁਝ ਵੱਡਾ ਕਰ ਦਿਓ, ਛੋਟੇ ਸਾਰੇ ਖਤਮ ਕਰ ਦਿਓ। ਇਹੀ ਹੈ ਨਾ ਹੁਣ ਕਿਸਾਨੀ 'ਚ ਕੀ ਹੈ ਕਿ ਛੋਟਾ ਕਿਸਾਨ ਖਤਮ ਕਰੋ, 5-5 ਹਜ਼ਾਰ ਏਕੜ ਦੇ ਫਾਰਮ ਹਾਊਸ ਬਣਾਓ। ਇਸੇ ਤਰ੍ਹਾਂ ਹਰ ਛੋਟੀ ਚੀਜ਼ ਖਤਮ ਕਰੋ, ਵੱਡੀਆਂ ਚੀਜ਼ਾਂ ਦੇ ਅੰਦਰ ਇੱਕ ਲੇਬਰ ਬਣਾ, ਆਪਦੀ ਖੇਤ 'ਚ ਬੰਦਾ ਕਿਸਾਨ ਲੇਬਰ ਬਣ ਕੇ ਰਹਿ ਜੇ। ਇਸ ਕਰਕੇ ਸਾਰੀਆਂ ਚੀਜ਼ਾਂ ਇਸ ਤਰੀਕੇ ਨਾਲ ਕੀਤੀਆਂ ਜਾ ਰਹੀਆਂ ਨੇ, ਜਿਹੜੀਆਂ ਮੈਨੂੰ ਲੱਗਦਾ ਬਹੁਤ ਹੀ ਖਤਰਨਾਕ ਨੇ। ਇਹਨਾਂ ਦੇ ਸਿੱਟੇ ਇਕੱਲੇ ਆਰਥਿਕ ਨਹੀਂ ਦੇਖਣੇ ਚਾਹੀਦੇ, ਸਮਾਜਿਕ ਤੌਰ ਦੇ ਉੱਤੇ, ਸੱਭਿਆਚਾਰਕ ਤੌਰ 'ਤੇ ਬਹੁਤ ਮਾੜੇ ਅਸਰ ਹੁੰਦੇ ਨੇ। ਕਈ ਵਾਰ ਜਦੋਂ ਮੁਲਕਾਂ ਦੇ ਅੰਦਰ ਬੜੀ ਇਸ ਤਰ੍ਹਾਂ ਦੀਆਂ ਚੀਜ਼ਾਂ ਪੈਦਾ ਹੋ ਜਾਂਦੀਆਂ, ਲੋਕਾਂ 'ਚ ਰੋਹ ਪੈਦਾ ਹੁੰਦੇ ਨੇ, ਲੋਕ ਬਾਗੀ ਹੋ ਜਾਂਦੇ ਨੇ, ਸਿਵਲ ਵਾਰਾਂ ਸ਼ੁਰੂ ਹੋ ਜਾਂਦੀਆਂ ਨੇ। ਉਹ ਕਿਤੇ ਐਂ ਨਹੀਂ ਹੁੰਦੀਆਂ, ਉਹ ਹਵਾ 'ਚੋਂ ਨਹੀਂ ਹੁੰਦੀਆਂ, ਉਹ ਬਹੁਤ ਸਾਰੇ ਸੰਕਟ ਦੇਖ ਰਹੀਆਂ ਹੁੰਦੀਆਂ ਨੇ। ਸਮਾਜ ਅੱਜ ਬਹੁਤ ਗਹਿਰੇ ਸੰਕਟ ਜਾ, ਸਮਾਜਿਕ ਤੌਰ 'ਤੇ ਵੀ, ਸੱਭਿਆਚਾਰਕ ਤੌਰ 'ਤੇ ਵੀ, ਰਾਜਨੀਤਿਕ ਤੌਰ ਦੇ ਉੱਤੇ ਵੀ, ਆਰਥਿਕ ਤੌਰ ਦੇ ਉੱਤੇ ਵੀ। ਇਹਨਾਂ 'ਚੋਂ ਫਿਰ ਕੁਝ ਅਜਿਹਾ ਨਿਕਲਦਾ ਜਿਹੜਾ ਸਰਕਾਰਾਂ ਤੋਂ ਸਮਝਦਾ ਨਹੀਂ ਹੈ। ਸਰਕਾਰਾਂ ਨੂੰ ਸੋਚਣ ਦੀ ਲੋੜ ਹੈ, ਲੀਡਰਾਂ ਨੂੰ ਸੋਚਣ ਦੀ ਲੋੜ ਹੈ ਕਿ ਲੋਕਾਂ ਦੇ ਪੱਖ ਤੋਂ ਸੋਚੋ, ਲੋਕਾਂ ਦੇ ਪੱਖ ਤੋਂ ਹੀ ਗੱਲ ਕਰੋ, ਅਤੇ ਲੋਕਾਂ ਦੇ ਪੱਖ ਤੋਂ ਹੀ
ਮਾਡਲ ਬਣਾਓ ਔਰ ਲੋਕਾਂ ਨੂੰ ਉਹ 'ਚ ਇਨਵੋਲਵ ਕਰੋ ਕਿ ਕਿਸ ਤਰ੍ਹਾਂ ਦੇ ਮਾਡਲ ਹੋਣ, ਤਾਂ ਹੀ ਇੱਕ ਬਿਹਤਰ ਸਿਸਟਮ ਬਣ ਸਕਦਾ। ਜੀ, ਤਾਂ ਮਨਟੇਕ ਸਿੰਘ ਆਹਲੂਵਾਲੀਆ ਦੇ ਵੱਲੋਂ ਕਰੋਨਾ ਦਾ ਬਹਾਨਾ ਦੇ ਕੇ ਪੰਜਾਬ ਸਰਕਾਰ ਨੂੰ ਸੁਧਾਰਾਂ ਦੀ ਇੱਕ ਰਿਪੋਰਟ ਤਾਂ ਸੌਂਪ ਦਿੱਤੀ ਗਈ ਹੈ, ਪਰ ਇਸ ਦੇ ਵਿੱਚੋਂ ਆਮ ਲੋਕਾਂ ਨੂੰ ਇਗਨੋਰ ਕੀਤਾ ਗਿਆ ਹੈ, ਜਦਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਆਮ ਲੋਕਾਂ ਦੇ ਧਿਆਨ ਨੂੰ ਰੱਖਦੇ ਹੋਏ ਹੀ ਸੁਧਾਰਾਂ ਦੇ ਸੁਝਾਅ ਦਿੱਤੇ ਜਾਣ।